ਵਾਹਿਗੁਰੂ ਸਾਹਿਬ ਜੀਓ। ਰਾਗ ਨ ਦੁਆਸ਼ ਨ ਮੋਹ ਨ ਮਾਇਆ, ਪਰਦਾ ਮਿਟਿਓ ਪਛਾਨਿਓ ਏਕ। ਇੱਕ ਦੋਇ ਦਿਨ ਪੁਨ ਬਸੇ ਤਸੀ ਪੁਰ, ਅਤ ਸੁਖ ਪਾਇਸ ਪਰਮ ਵਿਵੇਕ। ਤਬ ਸ਼੍ਰੀ ਅਰਜਨ ਗਿਰਾ ਬਖਾਨੀ, ਸੁਨਹੁ ਭਰਾਤ ਤਨ ਤਜ ਬੇਟੇਕ। ਦੋਇ ਦਿਵਸ ਮਹਿ ਪ੍ਰਾਨ ਤਿਆਗਿਓ, ਬਸਹਿ ਇਹ ਅਹ ਸਿੱਖ ਅਨੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪ ਜੀ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਰਵਣ ਕਰਾਏ ਹਨ। ਆਓ ਹੁਣ ਗੁਰੂ ਕੀ ਪਵਿੱਤਰ ਪਾਵਨ ਗੁਰਬਾਣੀ ਦੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜੀਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਵੱਡੇ ਭਾਈ ਬਾਬਾ ਮਹਾਦੇਵ ਜੀ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਗਏ। ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਹੋਰ ਬੜੀਆਂ ਮਹਾਨ ਹਸਤੀਆਂ ਮਹਾਂਪੁਰਸ਼ ਵੀ ਉੱਥੇ ਗਏ। ਤੇ ਭਾਈ ਬਾਬਾ ਮਹਾਦੇਵ ਜੀ ਨੇ ਮੇਲੇ ਤੋਂ ਬਾਅਦ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਇਹ ਆਤਮਾ ਕੀ ਹੈ। ਮਹਾਰਾਜ ਸਾਹਿਬ ਜੀ ਨੇ ਸਮਝਾਇਆ ਵੀ ਸਤ ਚੇਤਨ ਆਨੰਦ ਰੂਪ ਪਰਮੇਸ਼ਰ ਅਕਾਲ ਪੁਰਖ ਦੀ ਜੋਤ ਇਹ ਤੁਹਾਡੀ ਆਤਮਾ ਹੈ। ਜਿਹੜਾ ਇਹ ਸਰੀਰ ਹੈ ਪੰਜਾਂ ਤੱਤਾਂ ਦਾ ਬਣਿਆ ਹੋਇਆ, ਔਰ ਇਹਦੇ ਅੰਦਰ ਜੋ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਜਿਹੜੇ 5 ਕੋਸ਼ ਹਨ, ਉਹਨਾਂ ਤੋਂ ਨਿਆਰਾ ਸ਼ੁੱਧ ਸਰੂਪ ਆਤਮਾ ਹੀ ਹੈ। ਔਰ ਇਸੇ ਸਰੀਰ ਦੇ ਵਿੱਚ ਹੀ ਇਹ ਪਰਮੇਸ਼ਰ ਵਸਦਾ ਹੈ। ਇਕਾਗਰ ਚਿੱਤ ਹੋ ਕੇ ਸਿਮਰਨ ਕਰਦੇ ਹੋਏ ਗੁਰੂ ਦੀ ਕਿਰਪਾ ਨਾਲ ਇਸ ਸਰੂਪ ਨੂੰ ਜਾਣਿਆ ਜਾਂਦਾ ਹੈ। ਜਿਹੜਾ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ ਉਹ ਮੁਕਤ ਹੋ ਕੇ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਜਦੋਂ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ, ਬਾਬਾ ਜੀ ਦੀ ਅੰਤਰਮੁਖੀ ਆਪਣੀ ਆਤਮਾ ਵਿੱਚ ਹੀ ਬਿਰਤੀ ਜੁੜ ਗਈ, ਧਿਆਨ ਲੱਗ ਗਿਆ। ਅੰਤਰਮੁਖੀ ਬਿਰਤੀ ਕਰਕੇ ਸਮਾਧੀ 'ਚ ਬੈਠੇ 2 ਪਹਿਰ ਬੀਤ ਗਏ। ਸਤਿਗੁਰੂ ਅਰਜਨ ਦੇਵ ਜੀ ਨੇ ਬਾਂਹ ਫੜ ਕੇ ਉਠਾਇਆ ਔਰ ਬਚਨ ਕੀਤਾ, ਬਾਬਾ ਜੀ ਅੰਤਰਮੁਖੀ ਸਮਾਧੀ ਦਾ ਤੁਸੀਂ ਲਾ ਲਈ, ਹੁਣ ਬਾਹਰ ਮੁਖੀ ਜਿਹੜਾ ਸੰਸਾਰ ਹੈ ਇਹਦੇ ਵਿੱਚ ਵੀ ਬ੍ਰਹਮ ਨੂੰ ਦੇਖ ਲਓ। ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਦਿਸ ਰਿਹਾ ਹੈ ਸੰਸਾਰ ਵਿੱਚ, ਇਹ ਜਿੰਨਾ ਵੀ ਪਸਾਰਾ ਮਾਇਆ ਦਾ ਹੈ ਇਹ ਵੀ ਉਸ ਪਰਮੇਸ਼ਰ ਬ੍ਰਹਮ ਦਾ ਹੀ ਰੂਪ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਸਤਿਗੁਰੂ ਅਰਜਨ ਦੇਵ ਜੀ ਨੇ ਜੋ ਬਖਸ਼ਿਸ਼ ਕਿਰਪਾ ਕਰਕੇ ਬਾਬਾ ਮਹਾਦੇਵ ਜੀ ਨੂੰ ਬ੍ਰਹਮ ਦਾ ਸਰੂਪ ਦਿਖਾ ਦਿੱਤਾ, ਤਾਂ ਉਸ ਤੋਂ ਬਾਅਦ ਬਾਬਾ ਜੀ ਨਿਹਾਲ ਹੋ ਗਏ। ਕੁਝ ਸਮੇਂ ਬਾਅਦ ਬਾਬਾ ਜੀ ਨੂੰ ਕੀ ਹੁਕਮ ਹੋਇਆ ਉਹ ਵੀ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਨ ਦੁਆਸ਼ ਨ ਮੋਹ ਨ ਮਾਇਆ, ਐਸੀ ਅਵਸਥਾ ਬਣ ਗਈ ਹੁਣ ਨਾ ਰਾਗ ਰਿਹਾ, ਨਾ ਦਵੈਸ਼ ਰਹੀ, ਨਾ ਮੋਹ ਰਿਹਾ, ਨਾ ਮਾਇਆ ਰਹੀ। ਮਾਇਆ ਦਾ ਮੋਹ ਇਹ ਬਹੁਤ ਵੱਡੀ ਪ੍ਰਬਲ ਚੀਜ਼ ਹੈ, ਸਾਨੂੰ ਸਾਰਿਆਂ ਨੂੰ ਹੀ ਹੈ। ਜੋ ਸੰਸਾਰ ਦਿਸਦਾ ਹੈ ਇਹਦੇ ਨਾਲ ਸਾਡੀ ਪ੍ਰੀਤੀ ਪਈ ਹੋਈ, ਇਹਨੂੰ ਕਹਿੰਦੇ ਨੇ ਮਾਇਆ ਦਾ ਮੋਹ। ਮਾਇਆ ਉਹ ਹੈ ਜੋ ਦ੍ਰਿਸ਼ਟੀ ਗੋਚਰ ਹੈ, ਦਿਸਦੀ ਹੈ। ਜੋ ਕੁਛ ਦ੍ਰਿਸ਼ਟ ਅਗੋਚਰ ਆਵਤ, ਤਾਂ ਕਹੋ ਮਨ ਮਾਇਆ ਠਹਿਰਾਵਤ। ਜੋ ਦ੍ਰਿਸ਼ਟੀ ਗੋਚਰ ਹੈ ਉਹ ਮਾਇਆ ਹੈ, ਔਰ ਜੋ ਨਹੀਂ ਦਿਸਦਾ ਦੇਖਣ ਵਾਲਾ ਹੈ ਉਹ ਬ੍ਰਹਮ ਹੈ। ਉਸ ਬ੍ਰਹਮ ਵਿੱਚ ਬਿਰਤੀ ਨਹੀਂ ਲੱਗਦੀ, ਦਿਸਦੇ ਸੰਸਾਰ ਵਿੱਚ ਸਾਡੀ ਬਿਰਤੀ ਲੱਗੀ ਰਹਿੰਦੀ ਹੈ। ਪਰ ਬ੍ਰਹਮ ਗਿਆਨੀ ਦੀ ਉਲਟਾ ਗੱਲ ਹੁੰਦੀ ਹੈ। ਬ੍ਰਹਮ ਗਿਆਨੀ ਦੀ ਬਿਰਤੀ ਬ੍ਰਹਮ ਵਿੱਚ ਲੱਗ ਜਾਂਦੀ ਹੈ, ਦ੍ਰਿਸ਼ਟ ਗੋਚਰ ਸੰਸਾਰ ਤੋਂ ਬਿਰਤੀ ਉੱਠ ਜਾਂਦੀ ਹੈ। ਬਾਬਾ ਜੀ ਦੀ ਐਸੀ ਬਿਰਤੀ ਜੁੜੀ ਹੈ, ਉਸ ਅਵਸਥਾ 'ਚ ਪਹੁੰਚ ਗਏ ਨੇ ਜਿੱਥੇ ਕਾਮ ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈ ਹੈ। ਦੇਹ ਵਿਹੀਨ ਸਨੇਹ ਸਭੋ ਤਨ, ਨੇਹ ਬਿਰਕਤ ਅਗਹਿ ਅਛੈ ਹੈ। ਉਸ ਅਵਸਥਾ 'ਚ ਬ੍ਰਹਮ ਦੀ ਅਵਸਥਾ 'ਚ ਲੀਨ ਹੋ ਗਏ ਨੇ। ਪਰਦਾ ਮਿਟਿਓ
ਜਿਹੜਾ ਮਾਇਆ ਦਾ ਪੜਦਾ ਸੀ, ਰਾਗ ਦਵੇਸ਼ ਦਾ ਪੜਦਾ ਸੀ, ਜਿਹੜਾ ਮਲ ਵਿਖੇਪ ਦਾ ਪੜਦਾ ਸੀ, ਉਹ ਸਾਰਾ ਹੀ ਆਵਰਣ ਪੜ ਚੁੱਕਿਆ ਗਿਆ ਤੇ ਸ਼ੁੱਧ ਬ੍ਰਹਮ ਨੂੰ ਇੱਕੋ ਰੂਪ ਨੂੰ ਅੰਦਰ ਬਾਹਰ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਉਹ ਪਰਮਾਤਮਾ ਦੇ ਦਰਸ਼ਨ ਕਰ ਲਏ ਹਨ। ਇੱਕ ਦੋ ਦਿਨ ਉਸੇ ਨਗਰੀ ਦੇ ਵਿੱਚ ਰਹੇ ਹਨ, ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ। ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੜਾ ਹੀ ਆਨੰਦ ਬਣਿਆ ਹੋਇਆ, ਬੜੇ ਮਹਾਂਪੁਰਸ਼ ਇਕੱਠੇ ਹੋਏ ਨੇ। ਗੁਰੂ ਅਮਰਦਾਸ ਸਾਹਿਬ ਜੀ ਦੀ ਧਰਤੀ ਹੈ, ਸਾਰਿਆਂ ਦਾ ਮਨ ਬੜਾ ਸ਼ਾਂਤ ਹੈ। ਹਾਂਜੀ, ਤਾਂ ਗੁਰੂ ਅਰਜਨ ਦੇਵ ਜੀ ਆਪਣੇ ਭਾਈ ਬਾਬਾ ਮਹਾਦੇਵ ਜੀ ਨੂੰ ਕਹਿਣ ਲੱਗੇ, ਹੇ ਭਾਈ ਜੀ, ਭਰਾ ਜੀ, ਹੁਣ ਤੁਹਾਡੇ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਇਹ ਆਪਣਾ ਪੰਜ ਭੂਤਕ ਸਰੀਰ ਤਿਆਗ ਕਰਕੇ ਸੱਚਖੰਡ ਗਮਨ ਕਰਨਾ ਪਵੇਗਾ, ਕਿਉਂਕਿ ਬ੍ਰਹਮ ਗਿਆਨ ਦੀ ਉਹ ਸਿਖਰਲੀ ਅਵਸਥਾ ਐਸੀ ਹੁੰਦੀ ਹੈ, ਉਹਦੇ ਵਿੱਚ ਫਿਰ ਬ੍ਰਹਮ ਵਿੱਚ ਲੀਨਤਾ ਛੇਤੀ ਹੋ ਜਾਂਦੀ ਹੈ। ਤੁਰੀਆ ਅਵਸਥਾ, ਇਹਨੂੰ ਸੱਤਵੀਂ ਭੂਮਿਕਾ ਵੀ ਕਹਿੰਦੇ ਨੇ ਗਿਆਨ ਦੀ, ਤੇ ਚੌਥੀ ਅਵਸਥਾ ਵੀ ਕਹਿੰਦੇ ਨੇ, ਚੌਥਾ ਪਦ ਵੀ ਕਹਿੰਦੇ ਨੇ। ਵੱਖਰੇ ਵੱਖਰੇ ਤਰੀਕੇ ਨਾਲ ਮਹਾਂਪੁਰਸ਼ ਦੱਸਦੇ ਨੇ, ਪਰ ਲੱਛਣ ਇੱਕੋ ਜਿਹੇ ਹੁੰਦੇ ਨੇ। ਸੋ ਉਸ ਅਵਸਥਾ 'ਚ ਤੁਸੀਂ ਪਹੁੰਚ ਚੁੱਕੇ ਹੋ, ਹੁਣ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ। ਹਾਂਜੀ, 2 ਦਿਨਾਂ ਵਿੱਚ ਤੁਸੀਂ ਹੁਣ ਪ੍ਰਾਣ ਤਿਆਗ ਦੇਣੇ ਨੇ। 2 ਦਿਨ ਤੁਹਾਡੀ ਉਮਰ ਬਾਕੀ ਰਹਿ ਗਈ। ਜਿਵੇਂ ਮਹਾਰਾਜ ਨੇ ਭਾਈ ਮਰਦਾਨੇ ਨੂੰ ਦੱਸ ਦਿੱਤਾ ਸੀ ਵੀ ਮਰਦਾਨਿਆਂ, ਤੇਰਾ ਸਮਾਂ ਨੇੜੇ ਆ ਗਿਆ ਹੈ, ਉਹ ਕੱਲ੍ਹ ਨੂੰ ਤੂੰ ਸਰੀਰ ਤਿਆਗੇਗਾ। ਤੇ ਫਿਰ ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਮਹਾਂਪੁਰਸ਼ ਜਾਣੀ ਜਾਣ ਹੁੰਦੇ ਨੇ, ਉਹ ਦੱਸ ਦਿੰਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਰਾ ਜੀ, 2 ਦਿਨ ਬਾਅਦ ਤੁਸੀਂ ਇਹ ਸਰੀਰ ਤਿਆਗ ਦੇਣਾ ਹੈ। ਇੱਥੇ ਹੀ ਸਰੀਰ ਤਿਆਗ ਦਿਓ, ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਇੱਥੇ ਬੜੇ ਮਹਾਂਪੁਰਸ਼ ਗੁਰਸਿੱਖ ਹਨ। ਸਾਡੇ ਪਿਤਾ ਜੀ ਦਾ ਵੀ ਇੱਥੇ ਹੀ ਸੱਚਖੰਡ ਗਮਨ ਹੋਇਆ। ਸਾਡੀ ਮਾਤਾ ਭਾਨੀ ਦਾ ਵੀ ਇੱਥੇ ਹੀ ਸੰਸਕਾਰ ਹੋਇਆ। ਤੇ ਗੁਰੂ ਅਮਰਦਾਸ ਸਾਡੇ ਨਾਨਾ ਜੀ ਦਾ ਵੀ ਇਹ ਸਥਾਨ ਹੈ। ਹੋਰ ਵੀ ਬੜੇ ਮਹਾਂਪੁਰਸ਼ ਇੱਥੇ ਇਕੱਠੇ ਹਨ। ਬਾਬਾ ਬੁੱਢਾ ਜੀ ਵੀ ਆਏ ਹੋਏ ਹਨ। ਆਪਾਂ ਇਸ ਧਰਤੀ ਉੱਤੇ ਰਹੇ ਜੰਮੇ ਪਲੇ ਹਾਂ, ਸੋ ਇੱਥੇ ਹੀ ਤੁਸੀਂ ਸਰੀਰ ਤਿਆਗ ਦਿਓ। ਨਾਲੇ ਆਪਣੇ ਨਾਨਕੇ ਪਰਿਵਾਰ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਵੀ ਇੱਥੇ ਹੈ। ਆਪਣੇ ਪਿਤਾ ਜੀ ਦਾ ਤੇ ਆਪਣੇ ਨਾਨਾ ਜੀ ਦਾ ਸੱਚਖੰਡ ਗਮਨ ਕਰਨ ਦਾ ਸਥਾਨ ਵੀ ਇਹੀ ਹੈ। ਜਿਵੇਂ ਹਾਥੀ ਗਲ ਵਿੱਚ ਪਈ ਹੋਈ ਫੁੱਲਾਂ ਦੀ ਮਾਲਾ ਨੂੰ ਜਿੰਨਾ ਚਿਰ ਮਰਜ਼ੀ ਪਾਈ ਰੱਖੇ ਤੇ ਜਦੋਂ ਮਰਜ਼ੀ ਤੋੜ ਕੇ ਸਿੱਟ ਦੇਵੇ, ਇਸ ਤਰ੍ਹਾਂ ਤੁਸੀਂ ਇਹ ਪੰਜ ਭੂਤਕ ਸਰੀਰ ਨੂੰ ਇੱਥੇ ਤਿਆਗ ਦਿਓ। ਇਹ ਪੰਜ ਭੂਤਕ ਚੋਲਾ ਤਿਆਗ ਕੇ ਤੁਸੀਂ ਬ੍ਰਹਮ ਵਿੱਚ ਲੀਨ ਹੋ ਜਾਓ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਬਾਬਾ ਮਹਾਦੇਵ ਜੀ ਬੜੇ ਪ੍ਰਸੰਨ ਹੋਏ, ਬੜੇ ਪ੍ਰਫੁੱਲਤ ਖੁਸ਼ ਹੋ ਗਏ। ਦੇਖੋ ਸਾਧ ਸੰਗਤ ਜੀ, ਸਾਡੇ ਵਰਗੇ ਨੂੰ ਕੋਈ ਕਹਿ ਦੇਵੇ ਵੀ ਪਰਸੋਂ ਤੂੰ ਮਰ ਜਾਣਾ ਹੈ ਤੇ ਆਪਾਂ ਹੁਣੇ ਹੀ ਮਰ ਜਾਵਾਂਗੇ, ਆਪਣਾ ਤਾਂ ਦਿਲ ਹੁਣੇ ਹੀ ਮਰ ਜਾਣਾ, ਅਸੀਂ ਘਬਰਾ ਜਾਂਦੇ ਹਾਂ। ਚਿੰਤਾ ਫਿਕਰ ਮੌਤ ਦਾ ਡਰ ਬੜਾ ਭਿਆਨਕ ਹੁੰਦਾ ਹੈ। ਪਰ ਬ੍ਰਹਮ ਗਿਆਨੀਆਂ ਨੂੰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਪਰਮੇਸ਼ਰ ਦੇ ਨਾਲ ਮਿਲਣ ਦਾ ਸਮਾਂ ਆ ਗਿਆ ਹੈ। ਅਸੀਂ ਆਪਣੇ ਪ੍ਰਭੂ ਦੇ ਦੇਸ਼ ਜਾਵਾਂਗੇ, ਆਪਣੇ ਬ੍ਰਹਮ ਵਿੱਚ ਅਸੀਂ ਲੀਨ ਹੋ ਜਾਵਾਂਗੇ। ਬਾਬਾ ਮਹਾਦੇਵ ਜੀ ਬੜੇ ਪ੍ਰਸੰਨ ਹੋਏ ਹਨ। ਕਹਿੰਦੇ ਹੁਣ ਕੁਝ ਕਰਨਾ ਰਹਿ ਨਹੀਂ ਗਿਆ। ਜੋ ਕੁਝ ਕਰਨਾ ਸੀ ਉਹ ਕਰ ਲਿਆ। ਜੋ ਕੁਝ ਕਰਨਾ ਸੀ ਸੰਸਾਰ ਤੇ ਆ ਕੇ ਨਾਮ ਜਪਣਾ, ਪਰਮੇਸ਼ਰ ਦੀ ਭਗਤੀ ਕਰਨੀ ਤੇ ਬ੍ਰਹਮ ਗਿਆਨ ਤੱਕ ਪਹੁੰਚਣਾ, ਮੁਕਤ ਅਵਸਥਾ ਤੱਕ ਪਹੁੰਚਣਾ, ਉਹ ਤਾਂ ਹੋ ਚੁੱਕਾ ਹੈ। ਮੁਕਤੀ ਤਾਂ ਹੋ ਚੁੱਕੀ ਹੈ। ਇੱਕ ਮਰ ਕੇ ਮੁਕਤੀ ਲੋਕ ਕਹਿੰਦੇ ਹਨ, ਗੁਰੂ ਕੇ ਸਿੱਖਾਂ ਦੀ ਜਿਉਂਦਿਆਂ ਹੀ ਮੁਕਤੀ ਹੁੰਦੀ ਹੈ। ਜੀਵਨ ਮੁਕਤ, ਜਿਉਂਦੇ ਹੀ ਮੁਕਤ ਹੋ ਗਏ ਬਾਬਾ ਮਹਾਦੇਵ ਜੀ।
ਹੋਰ ਕੁਛ ਕਰਨਾ ਬਾਕੀ ਰਿਹਾ। ਜੋ ਕੁਛ ਸੰਸਾਰ ਵਿੱਚ ਆ ਕੇ ਕਰਨਾ ਸੀ ਸੋ ਕਰ ਲਿਆ ਹੈ। ਹੁਣ ਇਹ ਚਿੰਤਾ ਨਹੀਂ ਵੀ ਸਰੀਰ ਰਹਿ ਜਾਵੇ, ਇਹ ਚਿੰਤਾ ਨਹੀਂ ਕਿ ਸਰੀਰ ਖਤਮ ਹੋ ਜਾਵੇ, ਨਾ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮਰਨ ਦੀ ਚਿੰਤਾ ਨਹੀਂ, ਜੀਵਨ ਦੀ ਆਸ ਨਹੀਂ, ਇਹੋ ਜਿਹੀ ਅਵਸਥਾ ਬਣ ਗਈ। ਹਾਂ, ਜਿਹੜਾ ਸ਼ੁਭ ਕਰਮ ਨਾਮ ਜਪਣ ਦਾ ਸੀਗਾ ਉਹ ਕਰ ਲਿਆ ਹੈ। ਸੋ ਇਹ ਹੁਣ ਮੁਕਤੀ ਕਲਿਆਣ ਹੋਵੇਗੀ, ਕਲਿਆਣ ਹੋ ਚੁੱਕੀ ਹੈ। ਹਾਂਜੀ, ਬਾਬਾ ਜੀ ਬ੍ਰਹਮ ਗਿਆਨੀ ਬਾਬਾ ਮਹਾਦੇਵ ਜੀ ਇਸ ਚਿੰਤਨ ਵਿੱਚ ਇੱਕ ਚਿੰਤਾ ਹੁੰਦੀ ਹੈ, ਇੱਕ ਚਿੰਤਨ ਹੁੰਦਾ ਹੈ। ਚਿੰਤਾ ਚਿਖਾ ਦੀ ਤਰ੍ਹਾਂ ਬੰਦੇ ਨੂੰ ਸਾੜਦੀ ਹੈ। ਚਿੰਤਾ ਵਰਗਾ ਵੈਰੀ ਕੋਈ ਨਹੀਂ ਬੰਦੇ ਦਾ, ਪਰ ਚਿੰਤਨ ਬੰਦੇ ਦਾ ਸੱਜਣ ਹੈ, ਮਿੱਤਰ ਹੈ। ਚਿੰਤਨ ਕੀ ਕਰ ਰਹੇ ਨੇ ਕਿ ਮੈਂ ਅਮਰ ਹਾਂ, ਮੈਂ ਨਿੱਤ ਹਾਂ, ਨਾ ਮੇਰਾ ਜਨਮ ਹੁੰਦਾ ਨਾ ਮੇਰਾ ਮਰਨ ਹੁੰਦਾ, ਨਾ ਕਿਸ ਜਨਮੈ ਨਾ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਬ੍ਰਹਮ ਗਿਆਨੀ ਦੇ ਸਿਖਰ ਦੀ ਅਵਸਥਾ ਹੈ, ਅਭੇਦ ਅਵਸਥਾ ਹੈ। ਜਿਵੇਂ ਸਾਗਰ ਵਿੱਚ ਬੂੰਦ ਰਲ ਕੇ ਸਾਗਰ ਬਣ ਚੁੱਕੀ ਹੈ, ਫਿਰ ਉਹ ਕਹਿ ਸਕਦੇ ਨਾ ਕਿਸ ਜਨਮੈ ਨਾ ਕਿਸ ਮਰੈ। ਜੇ ਮੇਰੇ ਵਰਗਾ ਬੰਦਾ ਕਹੇ ਮੇਰਾ ਜਨਮ ਮਰਨ ਨਹੀਂ ਹੋਣਾ ਤਾਂ ਉਹ ਗੱਪ ਹੈ, ਸਾਡਾ ਤਾਂ ਹੋਣਾ ਹੀ ਹੋਣਾ। ਅਸੀਂ ਤਾਂ ਸੰਸਾਰ 'ਚ ਪਏ ਹੋਏ ਹਾਂ, ਅਨੇਕਾਂ ਜਨਮਾਂ 'ਚ ਘੁੰਮ ਘੁੰਮ ਕੇ ਆਏ ਹਾਂ, ਤੇ ਅਨੇਕਾਂ ਜਨਮ ਅਜੇ ਪਤਾ ਨਹੀਂ ਹੋਰ ਲੈਣੇ ਹਨ। ਕਿੰਨੇ ਜਨਮ ਸਾਡੇ ਹੋਏ, ਕਿੰਨੇ ਹੋਣੇ, ਗਿਣਤੀ ਕੋਈ ਨਹੀਂ। ਪਰ ਬ੍ਰਹਮ ਗਿਆਨੀ ਦੇ ਨਹੀਂ ਹੁੰਦੇ। ਬ੍ਰਹਮ ਗਿਆਨੀ ਦੀ ਅਵਸਥਾ ਹੈ ਨਾ ਕਿਸ ਜਨਮੈ ਨਾ ਕਿਸ ਮਰੈ। ਸੋ ਮੈਂ ਨਿਤ ਅਮਰ, ਨਾ ਜਨਮ ਨਾ ਮਰਨੋ। ਮੈਂ ਅਮਰ ਹਾਂ, ਨਾ ਮੇਰਾ ਜਨਮ ਹੁੰਦਾ ਨਾ ਮੇਰਾ ਮਰਨ ਹੁੰਦਾ। ਹਾਂਜੀ, ਇਹ ਸਰੀਰ ਤਾਂ ਝੂਠੇ ਹਨ, ਇਹ ਮਿਥਿਆ ਹੈ, ਇਹ ਟਿਕਦਾ ਨਹੀਂ। ਸਰੀਰ ਬਦਲਦਾ ਰਹਿੰਦਾ, ਪਰਿਵਰਤਨਸ਼ੀਲ ਹੈ। ਜਦੋਂ ਮਾਂ ਦੇ ਪੇਟ ਵਿੱਚ ਨਿਵਾਸ ਹੁੰਦਾ ਬਹੁਤ ਸੂਖਮ ਰੂਪ ਹੁੰਦਾ ਹੈ, ਬਹੁਤ ਦੇਖਿਆ ਨਹੀਂ ਜਾ ਸਕਦਾ, ਇੰਨਾ ਬਰੀਕ ਹੁੰਦਾ ਹੈ। 9 ਮਹੀਨਿਆਂ 'ਚ ਪੂਰਾ ਸਰੀਰ ਬਣ ਜਾਂਦਾ ਹੈ, ਤੇ ਫਿਰ ਜਨਮ ਹੁੰਦਾ, 40 ਦਿਨਾਂ 'ਚ ਦੁੱਗਣਾ ਹੋ ਜਾਂਦਾ ਹੈ, ਸਾਲ ਵਿੱਚ ਚੌਗਣਾ ਹੋ ਜਾਂਦਾ ਹੈ। ਵੱਡਾ ਹੁੰਦਾ ਹੁੰਦਾ ਜਵਾਨ ਹੋ ਜਾਂਦਾ ਹੈ, ਫਿਰ ਬੁੱਢਾ ਹੋ ਜਾਂਦਾ ਹੈ, ਫਿਰ ਮਰ ਜਾਂਦਾ ਹੈ। ਇਹ ਸਰੀਰ ਇਸ ਤਰ੍ਹਾਂ ਬਦਲਦਾ ਰਹਿੰਦਾ, ਇਹ ਇੱਕੋ ਜਿਹਾ ਨਹੀਂ ਰਹਿੰਦਾ। ਹਾਂਜੀ, ਆਤਮਾ ਤਾਂ ਇੱਕੋ ਜਿਹੀ ਰਹਿੰਦੀ, ਆਤਮਾ ਤਾਂ ਜੰਮਦੀ ਮਰਦੀ ਨਹੀਂ। ਸਰੀਰ ਹੀ ਜੰਮਦਾ ਮਰਦਾ ਹੈ। ਜਾਂ ਅੰਤਸ਼ ਕਰਨ ਦੀਆਂ ਬਿਰਤੀਆਂ, ਜਦ ਜੀਵ ਆਤਮਾ ਹੋਵੇ ਤਾਂ ਜਨਮ ਮਰਨ ਹੁੰਦਾ ਰਹਿੰਦਾ ਹੈ। ਜਦੋਂ ਬ੍ਰਹਮ ਆਤਮਾ ਹੋ ਜਾਂਦਾ ਫਿਰ ਜਨਮ ਮਰਨ ਨਹੀਂ ਹੁੰਦਾ। ਸੋ ਬਾਬਾ ਜੀ ਕਹਿੰਦੇ ਆ ਹੁਣ ਅਸੀਂ ਬ੍ਰਹਮ ਰੂਪ ਹੋ ਗਏ ਹਾਂ। ਹੁਣ ਜਿਹੜਾ ਆਨੰਦਿਤ ਹੋ ਗਏ, ਬਾਬਾ ਮਹਾਦੇਵ ਜੀ, ਭਰਮ ਵੀ ਮਿਟ ਗਿਆ, ਅਗਿਆਨ ਵੀ ਮਿਟ ਗਿਆ। ਭਰਮ ਕਰਕੇ ਹੀ ਮਾਇਆ ਸੱਚੀ ਪ੍ਰਤੀਤ ਹੁੰਦੀ, ਜਗਤ ਸੱਚਾ ਪ੍ਰਤੀਤ ਹੁੰਦਾ ਹੈ। ਜਿਵੇਂ ਰੱਸੀ ਦਾ ਸੱਪ ਦਿਸਣਾ, ਇਹ ਭਰਮ ਕਰਕੇ ਦਿਸਦਾ ਹੈ। ਭਰਮ ਨਿਕਲ ਜੇ ਰੱਸੀ ਕਲੀਅਰ ਨਜ਼ਰ ਆ ਜਾਵੇ, ਸੱਪ ਦੀ ਭ੍ਰਾਂਤੀ ਦੂਰ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰੱਸੀ ਦਾ ਸੱਪ ਬਣ ਕੇ ਦਿਸਦਾ, ਇਹ ਭੁਲੇਖੇ ਕਰਕੇ ਹੁੰਦਾ। ਮਾਇਆ ਸੱਚੀ ਪ੍ਰਤੀਤ ਹੁੰਦੀ ਭਰਮ ਕਰਕੇ। ਭਰਮ ਮਿਟ ਗਿਆ, ਸੱਚੀ ਚੀਜ਼ ਨਜ਼ਰ ਆ ਗਈ, ਝੂਠੀ ਦੂਰ ਹੋ ਗਈ। ਸੱਚਾ ਬ੍ਰਹਮ ਹੈ, ਝੂਠੀ ਮਾਇਆ ਹੈ, ਜਗਤ ਹੈ। ਸੱਚਾ ਬ੍ਰਹਮ ਦਿਸ ਗਿਆ, ਰੱਸੀ ਕਲੀਅਰ ਦਿਸ ਗਈ, ਤੇ ਹੁਣ ਜਿਹੜਾ ਝੂਠਾ ਜਗਤ ਰੂਪੀ ਸੱਪ ਸੀ ਉਹ ਦੂਰ ਹੋ ਗਿਆ, ਉਹਦਾ ਡਰ ਵੀ ਦੂਰ ਹੋ ਗਿਆ। ਹਾਂਜੀ, 2 ਦਿਨ ਬੀਤ ਗਏ, ਬਾਬਾ ਜੀ ਦੇ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ। ਅੱਜ ਬਾਬਾ ਜੀ ਸੋਚਦੇ ਨੇ ਸਾਡਾ ਹੁਣ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ। ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਬੈਠ ਗਏ ਤੇ ਕਹਿਣ ਲੱਗੇ, ਭਰਾ ਜੀ, ਸਤਿਗੁਰੂ ਜੀ, ਹੁਣ ਮੇਰੇ ਸਰੀਰ ਦਾ ਸਮਾਂ ਅੰਤ ਦਾ ਆ ਗਿਆ, ਹੁਣ ਮੇਰੇ ਪ੍ਰਾਣ ਚਲੇ ਜਾਣੇ ਨੇ, ਮੈਂ ਇਹ ਸਰੀਰ ਤਿਆਗ ਦੇਣਾ ਹੈ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਾਰੇ ਪਰਿਵਾਰ ਨੂੰ ਸੱਦ ਲਿਆ।
ਸਾਰਿਆਂ ਨੂੰ ਕਿਹਾ ਵੀ ਆ ਜਾਓ। ਬਾਬਾ ਮਹਾਦੇਵ ਜੀ ਸਰੀਰ ਤਿਆਗਣ ਲੱਗੇ ਹਨ। ਮੋਹਰੀ ਤਤਛਿਨ ਦੀਨ ਬੁਲਾਏ। ਬਾਬਾ ਮੋਹਰੀ ਜੀ ਨੇ ਸਾਰਾ ਪਰਿਵਾਰ ਸੱਦ ਲਿਆ। ਮਾਮਾ ਮੋਹਰੀ ਜੀ ਬਹੁਤ ਪਿਆਰ ਕਰਦੇ ਸੀ ਮਹਾਦੇਵ ਨੂੰ, ਆਪਣੀ ਗੋਦੀ ਵਿੱਚ ਹੀ ਉਹਨਾਂ ਨੇ ਪਾਲਿਆ ਸੀ। ਉਹਨਾਂ ਦੀ ਛੋਟੀ ਭੈਣ ਦਾ ਪੁੱਤਰ ਸੀ ਨਾ, ਇਸ ਕਰਕੇ ਮਾਮਾ ਮੋਹਰੀ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਪੋਤਿਆਂ ਨੂੰ ਸੱਦ ਲਿਆ। ਬਾਬਾ ਸੰਸਰਾਮ ਜੀ ਵੀ ਆ ਗਏ, ਜਿਹੜੇ ਮਾਮਾ ਮੋਹਣ ਦੇ ਪੁੱਤਰ ਸਨ, ਅਤੇ ਬਾਬਾ ਅਰਥਮਲ ਜੀ ਜਿਹੜੇ ਬਾਬਾ ਮੋਹਰੀ ਦੇ ਪੁੱਤਰ ਸਨ। ਬਾਬਾ ਅਰਜਾਨੀ ਮਲ ਜੀ ਉਹ ਵੀ ਮੋਹਰੀ ਦੇ ਪੁੱਤਰ ਸਨ। ਬਾਬਾ ਸੁੰਦਰ ਜੀ ਜਿਹੜੇ ਬਾਬਾ ਮੋਹਰੀ ਦੇ ਪੋਤਰੇ ਸਨ। ਇਹ ਸਾਰੇ ਇਕੱਠੇ ਹੋ ਗਏ। ਸਿੱਖ ਸੰਗਤਾਂ ਵੀ ਸਾਰੀਆਂ ਬਾਬਾ ਮਹਾਦੇਵ ਜੀ ਦੇ ਚਲਾਣੇ ਵੇਲੇ ਇਕੱਠੀਆਂ ਹੋ ਗਈਆਂ ਦਰਸ਼ਨ ਕਰਨ ਲਈ। ਮਹਾਰਾਜ ਨੇ ਭਾਈ ਸੱਤੇ ਤੇ ਬਲਵੰਡ ਨੂੰ, ਕੀਰਤਨੀਆਂ ਨੂੰ ਵੀ ਬੁਲਾ ਲਿਆ। ਸਤਿਗੁਰਾਂ ਨੇ ਬਚਨ ਕੀਤਾ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਕੀਰਤਨ ਕਰੋ, ਕੀਰਤਨ ਸੁਣਾਓ ਸੰਗਤਾਂ ਨੂੰ। ਸਾਧ ਸੰਗਤ ਜੀ ਕੀਰਤਨ ਸ਼ੁਰੂ ਹੋ ਗਿਆ। ਬੜਾ ਰਸੀਲਾ ਕੀਰਤਨ ਭਾਈ ਸੱਤਾ ਤੇ ਬਲਵੰਡ ਕਰਿਆ ਕਰਦੇ ਸਨ। ਸ਼ਬਦ ਦੀ ਧੁਨ ਉੱਠੀ ਹੈ। ਮਾਰੂ ਰਾਗ ਤੇ ਵਡਹੰਸ ਰਾਗ ਦੇ ਜਿਹੜੇ ਸ਼ਬਦ ਹਨ ਉਹ ਗਾਣੇ ਸ਼ੁਰੂ ਕੀਤੇ ਹਨ। ਬੈਰਾਗ ਦਾ ਸਮਾਂ ਬਣ ਗਿਆ ਹੈ। ਸੱਜਣ ਮੇਰੇ ਲੰਗੜੇ ਜਾਏ ਸੁੱਤੇ ਜੀਰਾਨ, ਹੰਪੀ ਵੰਝਾ ਡੂਬਣੀ ਰੋਵਾਂ ਝੀਣੀ ਬਾਣ। ਇੱਦਾਂ ਦੇ ਜੇ ਸ਼ਬਦ ਗੁਰਬਾਣੀ 'ਚ ਆਉਂਦੇ ਨਾ, ਹੋਰ ਵੀ ਬੜੇ ਸ਼ਬਦ ਮਾਰੂ ਰਾਗ ਦੇ ਵਿੱਚ ਆਉਂਦੇ ਹੈ, ਵਡਹੰਸ ਰਾਗ ਵਿੱਚ। ਜਦੋਂ ਸਾਰੇ ਆ ਗਏ, ਬਾਬਾ ਮਹਾਦੇਵ ਜੀ ਨੇ ਆਪਣੇ ਨਾਨਕੇ ਪਰਿਵਾਰ ਨੂੰ ਤੇ ਗੁਰੂ ਕੀ ਸੰਗਤ ਨੂੰ ਦੇਖਿਆ। ਬਾਬਾ ਜੀ ਨੇ ਏਦਾਂ ਹੱਥ ਜੋੜ ਕੇ ਸਾਰਿਆਂ ਨੂੰ ਨਮਸਕਾਰ ਕੀਤਾ। ਸਾਰਿਆਂ ਨੂੰ ਫਤਿਹ ਜਿਵੇਂ ਬੁਲਾਈ ਦੀ ਹੈ ਨਾ, ਏਦਾਂ ਬਾਬਾ ਮਹਾਦੇਵ ਜੀ ਨੇ ਸਾਰਿਆਂ ਨੂੰ ਨਮਸਕਾਰ ਕੀਤੀ ਹੈ। ਤੇ ਕੀ ਕਹਿੰਦੇ ਨੇ? ਕਹਿੰਦੇ ਬਜ਼ੁਰਗੋ, ਮਹਾਂਪੁਰਸ਼ੋ, ਗੁਰੂ ਕੇ ਪਿਆਰਿਓ, ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਮੇਰੇ ਜੀਵਨ 'ਚ ਕਿਸੇ ਨਾਲ ਵੀ ਕੋਈ ਭੁੱਲ ਚੁੱਕ ਹੋਈ ਹੋਵੇ ਮੇਰੇ ਤੋਂ, ਮੈਂ ਕਿਸੇ ਨੂੰ ਮਾੜਾ ਕੌੜਾ ਬੋਲਿਆ ਹੋਵੇ, ਕੋਈ ਮੇਰੇ ਤੋਂ ਗਲਤੀ ਹੋਈ ਹੋਵੇ, ਉਹ ਮੈਨੂੰ ਮਾਫ ਕਰ ਦਿਓ। ਗੁਰੂ ਕੀ ਸੰਗਤ, ਸਾਧ ਸੰਗਤ, ਗੁਰੂ ਕੇ ਸਿੱਖ ਬਖਸ਼ਣਹਾਰ ਹਨ, ਮੈਨੂੰ ਬਖਸ਼ ਲੈਣਾ। ਹਾਂ, ਇਹ ਸਾਰੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ ਸਾਧ ਸੰਗਤ ਜੀ, ਮੇਰੇ ਉੱਤੇ ਇਹ ਬਖਸ਼ਿਸ਼ ਕਰੋ ਵੀ ਮੇਰਾ ਮਨ ਗੁਰੂ ਮਹਾਰਾਜ ਦੇ ਚਰਨਾਂ 'ਚ ਟਿਕਿਆ ਰਵੇ। ਮੈਂ ਪਰਮੇਸ਼ਰ ਵਿੱਚ, ਬ੍ਰਹਮ ਵਿੱਚ ਹੀ ਦੀਨ ਰਵਾਂ। ਮੇਰੇ ਅਖੀਰਲੇ ਸਵਾਸਾਂ ਤੇ ਮੇਰੇ ਮਨ 'ਚ ਕੋਈ ਫੁਰਨਾ ਨਾ ਉੱਠੇ, ਕੋਈ ਮੋਹ ਮਾਇਆ ਦਾ ਜੰਜਾਲ ਨਾ ਪਵੇ, ਬ੍ਰਹਮ ਵਿੱਚ ਹੀ ਬਿਰਤੀ ਦੀਨ ਹੋਵੇ। ਬਾਬਾ ਮਹਾਦੇਵ ਜੀ ਦੀ ਇਹ ਬੇਨਤੀ ਸੁਣ ਕੇ ਸਾਰੇ ਗੁਰਸਿੱਖਾਂ ਦੀਆਂ ਅੱਖਾਂ 'ਚ ਹੰਝੂ ਆ ਗਏ, ਬੈਰਾਗ ਆ ਗਿਆ, ਸਾਰਿਆਂ ਦੇ ਹੱਥ ਜੁੜ ਗਏ। ਭਿੱਜੀ ਹੋਈ ਨੇਤਰਾਂ ਦੀ ਦ੍ਰਿਸ਼ਟੀ ਗੁਰਸਿੱਖਾਂ ਦੀ ਬਾਬਾ ਮਹਾਦੇਵ ਜੀ ਤੇ ਪਈ ਹੈ। ਪਿਆਰ ਦੇ ਵਿੱਚ ਆ ਕਰਕੇ ਬਾਬਾ ਮਹਾਦੇਵ ਜੀ ਨੂੰ ਨਮਸਕਾਰ ਸਾਰਿਆਂ ਨੇ ਕੀਤੀ ਹੈ। ਆਹ ਸਾਧ ਸੰਗਤ ਜੀ, ਕੈਸਾ ਸਮਾਂ ਹੋਵੇਗਾ। ਮਾਮਾ ਮੋਹਰੀ ਜੀ ਦੀਆਂ ਅੱਖਾਂ ਵੀ ਹੰਝੂਆਂ ਨਾਲ ਤਰ ਹੋ ਗਈਆਂ। ਇਸੇ ਤਰ੍ਹਾਂ ਬਾਬਾ ਅਰਥਮਲ ਜੀ, ਬਾਬਾ ਅਰਜਾਨੀ ਮਲ ਜੀ, ਬਾਬਾ ਸੰਸਰਾਮ ਜੀ, ਬਾਬਾ ਸੁੰਦਰ ਜੀ ਵੀ ਰੋਣ ਲੱਗ ਪਏ। ਸਾਰੀਆਂ ਹੀ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਬੈਰਾਗ ਆ ਗਿਆ ਜਦੋਂ ਉਹਨਾਂ ਨੇ ਬਾਬੇ ਮਹਾਦੇਵ ਦੇ ਚਲਾਣੇ ਦਾ ਇਹ ਬਚਨ ਸੁਣਿਆ ਵੀ ਅਸੀਂ ਹੁਣ ਜਾ ਰਹੇ ਹਾਂ, ਸਾਡੀਆਂ ਭੁੱਲਾਂ ਨਾ ਚਿਤਾਰਿਆ ਜੇ। ਤੇ ਸਾਰਿਆਂ ਦੀਆਂ ਅੱਖਾਂ ਵਿੱਚ ਬੈਰਾਗ ਛਾ ਗਿਆ ਉਸ ਵੇਲੇ। ਹਾਂਜੀ, ਬਾਬਾ ਮਹਾਦੇਵ ਜੀ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲੰਮਾ ਚਾਦਰਾ ਤਾਣ ਕੇ ਲੰਮੇ ਪੈ ਗਏ। ਆਪਣੇ ਮੂੰਹ ਦੇ ਉੱਤੇ ਕੱਪੜਾ ਆਪ ਹੀ ਲੈ ਲਿਆ।
ਔਰ ਸਾਰਿਆਂ ਦੇ ਵਿੱਚ ਲੰਮੇ ਪੈ ਕੇ ਤਤ ਸਿਰ ਉਸੇ ਵੇਲੇ ਪੰਜ ਭੂਤਕ ਸਰੀਰ ਦਾ ਤਿਆਗ ਕਰ ਦਿੱਤਾ। ਦੀਨ ਭਇਓ ਸ਼੍ਰੀ ਅਰਜਨ ਮਹਿਤਬ। ਉਹਨਾਂ ਦੀ ਆਤਮਾ, ਉਹਨਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਅਭੇਦ ਹੋ ਗਈ, ਬ੍ਰਹਮ ਵਿੱਚ ਲੀਨ ਹੋ ਗਈ, ਗੁਰੂ ਨਾਲ ਅਭੇਦ ਹੋ ਗਈ, ਇੱਕ ਮਿਕ ਹੋ ਗਈ। ਹਾਂਜੀ, ਲਹੀ ਏਕਤਾ ਕਤੀ ਉਦਾਰ। ਜਿਵੇਂ ਬੂੰਦ ਸਾਗਰ ਵਿੱਚ ਜਾ ਕੇ ਸਾਗਰ ਹੀ ਬਣ ਜਾਂਦੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਬਾਬਾ ਜੀ ਮਹਾਦੇਵ ਜੀ ਜੋਤੀ ਜੋਤ ਸਮਾ ਗਏ। ਧੰਨ ਧੰਨ ਮੁਖ ਕਰਹਿ ਉਚਾਰਨ। ਸਾਰੀਆਂ ਸੰਗਤਾਂ ਦੇ ਮੂੰਹ ਤੋਂ ਨਿਕਲਿਆ ਧੰਨ ਬਾਬਾ ਮਹਾਦੇਵ ਜੀ, ਧੰਨ ਬਾਬਾ ਮਹਾਦੇਵ ਜੀ, ਧੰਨ ਬਾਬਾ ਮਹਾਦੇਵ ਜੀ। ਗੁਰੂ ਰਾਮਦਾਸ ਸਾਹਿਬ ਦੇ ਪੁੱਤਰ, ਬੀਬੀ ਭਾਨੀ ਦੇ ਰਾਜ ਦੁਲਾਰੇ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਸਨ। ਹਾਂਜੀ, ਸਾਰੇ ਉਹਨਾਂ ਦਾ ਜਸ ਕਰਕੇ ਕਹਿੰਦੇ ਬੜੇ ਪਿਆਰ ਵਾਲੇ, ਸਾਮੇ ਵਾਲੇ, ਧੀਰਜ ਵਾਲੇ, ਪਿਆਰ ਵਾਲੇ ਮਹਾਂਪੁਰਸ਼ ਹੋਏ ਨੇ ਬਾਬਾ ਮਹਾਦੇਵ ਜੀ। ਹਾਂਜੀ, ਸਾਰੀਆਂ ਸੰਗਤਾਂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪਦੀਆਂ ਨੇ ਬੈਰਾਗ ਦੇ ਨਾਲ। ਅੱਖਾਂ ਵਿੱਚ ਪਿਆਰ ਦੇ ਹੰਝੂ ਛਾਏ ਹੋਏ ਨੇ, ਗਲੇ ਭਰੇ ਹੋਏ ਨੇ, ਪਰ ਗੁਰੂ ਦਾ ਹੁਕਮ ਹੈ ਧੀਰਜ ਰੱਖ ਕੇ ਨਾਮ ਜਪੋ। ਸੰਤ ਮੋਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ, ਜੋ ਹਾਟੈ ਹਾਟ ਪਿਕਾਏ। ਸੰਤਾਂ ਨੂੰ ਕੀ ਰੋਣਾ ਹੋਇਆ, ਸੰਤ ਤੇ ਆਪਣੇ ਘਰ ਜਾਂਦੇ ਨੇ। ਰੋਣਾ ਦੇ ਸਾਖਤਾਂ ਨੂੰ ਚਾਹੀਦਾ ਜਿਹੜੇ ਇਸ ਦੁਨੀਆ ਵਿੱਚ ਆ ਕੇ ਨਾਮ ਨਹੀਂ ਜਪਦੇ, ਆਪਣਾ ਜੀਵਨ ਬਿਰਥਾ ਹੀ ਗਵਾ ਕੇ ਚਲੇ ਜਾਂਦੇ। ਅੱਜ ਸਾਰੀਆਂ ਸੰਗਤਾਂ ਵੈਰਾਗ ਦੀ ਮੂਰਤੀ ਬਣੀਆਂ ਹੋਈਆਂ ਨੇ। ਇਹ ਸੰਸਾਰ ਸਾਰਾ ਝੂਠਾ ਪ੍ਰਤੀਤ ਹੋ ਰਿਹਾ। ਸਾਧ ਸੰਗਤ ਜੀ, ਜਦੋਂ ਕੋਈ ਸਾਡਾ ਸੱਜਣ ਮਿੱਤਰ ਰਿਸ਼ਤੇਦਾਰ ਭੈਣ ਭਾਈ ਚੜ੍ਹਾਈ ਕਰ ਜਾਵੇ, ਉਦੋਂ ਸਾਨੂੰ ਇੱਕ ਚੀਜ਼ ਦਾ ਫਾਇਦਾ ਹੁੰਦਾ, ਸਾਨੂੰ ਦੁਨੀਆ ਝੂਠੀ ਦਿਸਦੀ ਹੈ, ਨਹੀਂ ਤਾਂ ਸੰਸਾਰ ਸੱਚਾ ਦਿਸਦਾ। ਜਿਹੜਾ ਸੰਸਾਰ ਝੂਠਾ ਦਿਸਣਾ ਹੈ, ਇਹ ਸਾਡੀ ਆਤਮਾ ਦੇ ਲਈ ਫਾਇਦੇ ਵਾਲੀ ਚੀਜ਼ ਹੈ। ਪਰਮਾਤਮਾ ਨੂੰ ਮਿਲਣ ਦਾ ਇੱਕ ਇਹ ਮੌਕਾ ਹੈ। ਬੈਰਾਗ ਦਾ ਸਮਾਂ, ਬੈਰਾਗ ਦਾ ਸਮਾਂ ਆਇਆ। ਸਾਰੀਆਂ ਹੀ ਸੰਗਤਾਂ ਉਸ ਵੇਲੇ ਬੈਰਾਗ ਰੂਪ ਹੋ ਕੇ ਬਾਬਾ ਮਹਾਦੇਵ ਜੀ ਨੂੰ ਵਿਦਾਇਗੀ ਦੇ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਹੁਕਮ ਦਿੱਤਾ, ਸੰਸਕਾਰ ਦੀ ਤਿਆਰੀ ਕਰੋ। ਬਾਬਾ ਜੀ ਮਹਾਦੇਵ ਜੀ ਦੇ ਸਰੀਰ ਦਾ ਸੰਸਕਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ। ਹਾਂਜੀ, ਬੌਲੀ ਸਾਹਿਬ ਤੋਂ ਜਲ ਲਿਆਂਦਾ ਗਿਆ ਤੇ ਬੌਲੀ ਸਾਹਿਬ ਦੇ ਜਲ ਨਾਲ ਬਾਬਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਇਆ ਗਿਆ ਔਰ ਬਾਬਾ ਜੀ ਨੂੰ ਸੁੰਦਰ ਬਸਤਰ ਪਹਿਰਾ ਕੇ ਉਹਨਾਂ ਦਾ ਵਿਵਾਨ ਤਿਆਰ ਕੀਤਾ ਗਿਆ। ਸ੍ਰੀ ਜਪਜੀ ਸਾਹਿਬ ਦੇ ਪਾਠ ਕਰਦੇ ਹੋਏ ਗੁਰੂ ਕੇ ਸਿੱਖ ਸੰਸਕਾਰ ਦੀ ਤਿਆਰੀ ਕਰ ਰਹੇ ਨੇ। ਬਹੁਤ ਵਿਵਾਨ ਸੋਹਣਾ ਸਜਾਇਆ, ਜਿਹਦੇ ਉੱਤੇ ਬਾਬਾ ਜੀ ਨੂੰ ਲਿਜਾਣਾ ਹੈ ਸੰਸਕਾਰ ਕਰਨ ਲਈ। ਆਲੇ ਦੁਆਲੇ ਸੋਹਣੇ ਫੁੱਲ ਲਟਕਾਏ ਹਨ, ਫੁੱਲਾਂ ਦੀਆਂ ਮਾਲਾ ਲਟਕਾਈਆਂ ਹਨ। ਉੱਤੇ ਬੜੇ ਸੋਹਣੇ ਦੁਸ਼ਾਲੇ ਪਾਏ ਹਨ ਔਰ ਬਹੁਤ ਸਾਰਾ ਚੰਦਨ ਤੇ ਲੱਕੜਾਂ ਦੇ ਭਾਰ ਬਾਲਣ ਸੰਸਕਾਰ ਵਾਲੀ ਥਾਂ ਤੇ ਪਹੁੰਚਾਇਆ ਗਿਆ ਹੈ। ਬਿਆਸਾ ਦੇ ਕਿਨਾਰੇ ਤੇ ਜਿੱਥੇ ਮਹਾਰਾਜ ਗੁਰੂ ਅਮਰਦਾਸ ਜੀ ਦਾ ਸੰਸਕਾਰ ਹੋਇਆ ਸੀ, ਜਿੱਥੇ ਗੁਰੂ ਰਾਮਦਾਸ ਜੀ ਦਾ ਸੰਸਕਾਰ ਹੋਇਆ ਸੀ, ਜਿੱਥੇ ਬੀਬੀ ਭਾਨੀ ਦਾ ਸੰਸਕਾਰ ਹੋਇਆ ਸੀ, ਉੱਥੇ ਜਾ ਕੇ ਲੱਕੜਾਂ ਦੇ ਢੇਰ ਲਾ ਦਿੱਤੇ ਹਨ। ਇੱਥੇ ਹੀ ਅੱਜ ਗੁਰੂ ਰਾਮਦਾਸ ਜੀ ਦੇ ਦੂਸਰੇ ਪੁੱਤਰ ਬਾਬਾ ਮਹਾਦੇਵ ਜੀ ਦਾ ਸੰਸਕਾਰ ਹੋਣਾ ਹੈ। ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਮਹਾਰਾਜ ਗੁਰੂ ਅਰਜਨ ਦੇਵ ਜੀ,
ਮਹਾਰਾਜ ਸਾਹਿਬ ਜੀ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਹੋਰ ਵੀ ਸਾਰੀਆਂ ਸੰਗਤਾਂ ਨਾਲ ਤੁਰ ਪਈਆਂ ਹਨ। ਗੁਰੂ ਅਰਜਨ ਦੇਵ ਜੀ ਨੇ ਆਪਣੇ ਭਾਈ ਦਾ ਵਿਮਾਨ ਆਪ ਆਪਣੇ ਮੋਢਿਆਂ ਤੇ ਚੁੱਕਿਆ ਹੈ ਤੇ ਲੈ ਤੁਰੇ ਹਨ। ਔਰ ਅੱਗੇ ਅੱਗੇ ਸੰਖ ਵੱਜਦੇ ਬਹੁਤ ਕੀਰਤਨ ਭਜਨ ਹੁੰਦਾ ਜਾ ਰਿਹਾ ਹੈ। ਬਹੁਤ ਸੰਗਤਾਂ ਉੱਪਰ ਚੌਰ ਕਰਦੀਆਂ ਜਾ ਰਹੀਆਂ ਹਨ। ਬਿਆਸਾਂ ਦੇ ਕਿਨਾਰੇ ਤੇ ਬੜੀ ਸੁੰਦਰ ਥਾਂ ਹੈ, ਬੜੀ ਸ਼ਾਂਤ ਜਗ੍ਹਾ ਹੈ ਜਿੱਥੇ ਬਾਬਾ ਜੀ ਦਾ ਸੰਸਕਾਰ ਹੋਣਾ ਹੈ। ਚੰਦਨ ਦੀ ਲੱਕੜੀ ਦੀ ਬੜੀ ਸੋਹਣੀ ਚਿਖਾ ਤਿਆਰ ਕੀਤੀ ਹੈ। ਬਾਬਾ ਜੀ ਦਾ ਸਰੀਰ ਉਹਦੇ ਉੱਤੇ ਰੱਖਿਆ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥ ਅਗਨੀ ਲਈ ਹੈ, ਕਿਉਂਕਿ ਬਾਬਾ ਮਹਾਦੇਵ ਜੀ ਬਿਅੰਗਮ ਸਨ। ਉਹਨਾਂ ਨੇ ਵਿਆਹ ਨਹੀਂ ਕਰਾਇਆ, ਉਹਨਾਂ ਦੀ ਸੰਤਾਨ ਵੀ ਕੋਈ ਨਹੀਂ ਸੀ, ਔਲਾਦ ਵੀ ਕੋਈ ਨਹੀਂ ਸੀ। ਨਾ ਉਹਨਾਂ ਨੇ ਗ੍ਰਸਤ ਦੇ ਵਿੱਚ ਪੈਰ ਪਾਇਆ, ਨਾ ਉਹ ਮਾਇਆ 'ਚ ਫਸੇ, ਸਾਰੀ ਉਮਰ ਬਿਰਕਤ ਹੀ ਰਹੇ। ਤੇ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਹੈ। ਆਪਣੇ ਭਾਈ ਦਾ ਸੰਸਕਾਰ ਬੜੇ ਬੈਰਾਗ ਨਾਲ ਸਤਿਗੁਰੂ ਜੀ ਕਰ ਰਹੇ ਹਨ। ਕਹਿੰਦੇ ਜਦੋਂ ਚੰਦਨ ਦੀ ਚਿਖਾ ਨੂੰ ਅਗਨੀ ਲਾਈ ਹੈ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ। ਸਾਧ ਸੰਗਤ ਜੀ, ਇਹ ਪ੍ਰੇਮ ਦੀਆਂ ਗੱਲਾਂ ਨੇ। ਅਸੀਂ ਲੋਕ ਮੋਹ ਨਾਲ ਰੋਂਦੇ ਹਾਂ, ਮਹਾਂਪੁਰਸ਼ ਪ੍ਰੇਮ ਦੇ ਵਿੱਚ ਉਹਨਾਂ ਰੂਹਾਂ ਨੂੰ ਯਾਦ ਕਰਦੇ। ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਸਾਰੇ ਪਾਸੇ ਹੀ ਬੈਰਾਗ ਆ ਗਿਆ ਉਸ ਵੇਲੇ। ਹਾਂਜੀ, ਸਾਰਿਆਂ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਸਾਰੇ ਹੀ ਉਸ ਵੇਲੇ ਬੈਰਾਗ ਦੀ ਮੂਰਤੀ ਬਣ ਗਏ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਨੇ ਸਾਰਿਆਂ ਨੂੰ ਸਮਝਾਇਆ। ਬਾਬਾ ਬੁੱਢਾ ਜੀ ਸਾਰਿਆਂ ਨੂੰ ਸਮਝਾਉਂਦੇ ਵੀ ਨਾ ਭਾਈ ਰੋਣਾ ਨਹੀਂ। ਇਹ ਮਹਾਂਪੁਰਸ਼ ਸਨ, ਬ੍ਰਹਮ ਗਿਆਨੀ ਸਨ। ਇਹਨਾਂ ਦੇ ਯਾਦ ਵਿੱਚ ਆਪਾਂ ਭਜਨ ਕੀਰਤਨ ਕਰੀਏ, ਰੋਣਾ ਨਹੀਂ ਕਿਸੇ ਨੇ। ਹਾਂਜੀ, ਇਹ ਸੰਸਾਰ ਦਾ ਰਸਤਾ ਇਹੋ ਹੀ ਹੈ, ਆਉਣਾ ਜਾਣਾ, ਜੰਮਣਾ ਮਰਨਾ ਬਣਿਆ ਹੋਇਆ। ਸਭ ਨੇ ਇਸੇ ਤਰ੍ਹਾਂ ਜਾਣਾ ਹੈ। ਸ਼ੋਕ ਕਾਹਦਾ ਕਰਨਾ ਹੋਇਆ? ਨਾਲੇ ਇਹ ਤਾਂ ਨਾਮ ਜਪ ਕੇ ਸਿਮਰਨ ਕਰਕੇ ਭਗਤੀ ਕਰਕੇ ਗਏ ਹਨ। ਬਾਬਾ ਬੁੱਢਾ ਜੀ ਸਾਰਿਆਂ ਨੂੰ ਸਮਝਾਉਂਦੇ, ਭਾਈ ਇਹ ਸਰੀਰ ਸਾਰੇ ਝੂਠੇ ਹਨ, ਮਿਥਿਆ ਹਨ। ਇਹਨਾਂ ਨੇ ਇੱਕ ਦਿਨ ਵਿਰਸਣਾ ਹੀ ਵਿਰਸਣਾ। ਕਿਸੇ ਦਾ ਵੀ ਸਰੀਰ ਇਸ ਦੁਨੀਆ ਤੇ ਸਦਾ ਰਿਹਾ ਨਹੀਂ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਕੀ ਅੱਗੇ ਕੀ ਪਿੱਛੇ, ਕੀ ਬੁੱਢਾ ਕੀ ਜਵਾਨ, ਬਾਰੇ ਬੂਢੇ ਤਰਨੇ ਭਈਆ, ਸਭ ਨੂੰ ਜਮ ਲੈ ਜਈ ਹੈ ਰੇ। ਸੰਸਾਰ ਦੀ ਇਹੀ ਗਤੀ ਹੈ, ਜਿਹੜਾ ਜੰਮਿਆ ਹੈ ਉਸਨੇ ਮਰਨਾ ਹੀ ਮਰਨਾ ਹੈ। ਹਾਂਜੀ, ਇਹ ਤਾਂ ਸੰਸਾਰ ਦੇ ਵਿੱਚ ਇਸ ਤਰ੍ਹਾਂ ਨਦੀ ਨਾਮ ਸੰਜੋਗੀ ਮੇਲੇ ਹਨ। ਜਿਵੇਂ ਕਿਸ਼ਤੀ ਵਿੱਚ ਬਹਿ ਕੇ 150 ਬੰਦੇ ਦਰਿਆ ਪਾਰ ਕਰਦੇ ਨੇ, ਉੱਥੇ ਇਕੱਠੇ ਹੋ ਜਾਂਦੇ ਨੇ। ਬੱਸਾਂ, ਗੱਡੀਆਂ, ਕਾਰਾਂ ਵਿੱਚ, ਜਹਾਜ਼ਾਂ ਵਿੱਚ ਵੀ ਮੁਸਾਫਰ ਇੱਕ ਸੀਟ ਤੇ ਇਕੱਠੇ ਬਹਿ ਜਾਂਦੇ ਨੇ। 2 ਘੰਟੇ 4 ਘੰਟੇ ਜਿੰਨਾ ਚਿਰ ਜਹਾਜ਼ ਉੱਡਦਾ ਹੈ ਜਾਂ ਬੱਸ ਚੱਲਦੀ ਹੈ, ਰੇਲ ਚੱਲਦੀ ਹੈ, ਉਹਨਾਂ ਚਿਰ ਇਕੱਠੇ ਰਹਿੰਦੇ ਨੇ। ਜਦੋਂ ਸਟੇਸ਼ਨ ਆਪਣਾ ਆਪਣਾ ਆਉਂਦਾ ਉਤਰ ਜਾਂਦੇ ਨੇ। ਇੱਦਾਂ ਹੀ ਦੁਨੀਆ ਦੇ ਵਿੱਚ ਸਾਰੇ ਕੋਈ 2 ਸਾਲ ਇਕੱਠੇ ਰਹਿੰਦੇ ਆ, ਕੋਈ 10 ਸਾਲ ਇਕੱਠੇ ਰਹਿੰਦੇ ਆ, ਕੋਈ 20 ਸਾਲ ਇਕੱਠੇ ਰਹਿੰਦੇ, ਕੋਈ 50 ਸਾਲ ਵੀ ਇਕੱਠੇ ਰਹਿ ਕੇ ਵਿਛੜ ਹੀ ਜਾਂਦੇ। ਇੱਕ ਦਿਨ ਦਾ ਵਿਛੋੜਾ ਪੈਣਾ ਹੀ ਹੈ। ਮਹਾਰਾਜ ਕਹਿੰਦੇ ਨਰਪਤ ਜਾਣ ਗ੍ਰਹਿਓ, ਸੇਵਕ ਸਿਆਣੇ ਰਾਮ, ਸਰਪਰ ਵਿਛੜਨਾ ਮੋਹੇ ਪਛਤਾਣੇ ਰਾਮ। ਰਾਜਿਆਂ ਮਹਾਰਾਜਿਆਂ ਨੇ ਸਿਆਣੇ ਸਿਆਣੇ ਬੰਦੇ ਹਾਇਰ ਕੀਤੇ ਹੁੰਦੇ ਨੇ, ਆਪਣੇ ਕੋਲ ਨੌਕਰ ਰੱਖੇ ਹੁੰਦੇ ਵੀ ਬੜੇ ਕੰਮ ਦੇ ਬੰਦੇ ਨੇ, ਇਹ ਸਾਡੇ ਬੜੇ ਵਧੀਆ ਨੌਕਰ ਨੇ, ਇਹ ਸਾਡੇ ਕੰਮ ਆਉਣਗੇ। ਪਰ ਇੱਕ ਦਿਨ ਤੇ ਵਿਛੜਨਾ ਹੀ ਪੈਣਾ।
ਇੱਕ ਦਿਨ ਤਾਂ ਰਾਜਿਆਂ ਦਾ, ਵਜ਼ੀਰਾਂ ਦਾ, ਮੰਤਰੀਆਂ ਦਾ ਵੀ ਵਿਛੋੜਾ ਪੈ ਜਾਂਦਾ। ਹਰ ਬੰਦੇ ਦਾ, ਪਤੀ ਪਤਨੀ ਦਾ ਵਿਛੋੜਾ ਪੈ ਜਾਂਦਾ, ਭੈਣ ਭਰਾ ਦਾ ਵਿਛੋੜਾ ਪੈ ਜਾਂਦਾ, ਪਿਓ ਪੁੱਤਰ ਦਾ ਵਿਛੋੜਾ ਪੈ ਜਾਂਦਾ। ਦੁਨੀਆ ਤੇ ਸਦਾ ਇਕੱਠਾ ਕੋਈ ਨਹੀਂ ਰਿਹਾ। ਹਾਂਜੀ, ਜਥਾ ਪ੍ਰਵਾਹ ਨਦੀ ਕੋ ਚੱਲ ਹੈ, ਜਿਵੇਂ ਨਦੀ ਦਾ ਪ੍ਰਵਾਹ ਚੱਲਦਾ ਹੈ। ਤ੍ਰਿਣ ਮਿਲ ਜਾਏ ਵਿਛੜਤੇ ਫੇਰ, ਕਦੀ ਉਹ ਪਾਣੀ ਦੇ ਵਿੱਚ ਤੀਲੇ ਇਕੱਠੇ ਹੋ ਜਾਂਦੇ ਨੇ ਤੇ ਕਦੀ ਉਹ ਵਿਛੜ ਜਾਂਦੇ ਨੇ। ਘਾਹ ਦੇ ਤੀਲੇ ਪਾਣੀ ਦੇ ਵੇਗ ਨਾਲ ਇਕੱਠੇ ਹੁੰਦੇ ਨੇ, ਫਿਰ ਪਾਣੀ ਉਹਨਾਂ ਨੂੰ ਇੱਧਰ ਇੱਕ ਨੂੰ ਲੈ ਜਾਂਦਾ, ਦੂਜੇ ਨੂੰ ਇੱਧਰ ਲੈ ਜਾਂਦਾ। ਏਦਾਂ ਮਿਲਣਾ ਤੇ ਵਿਛੜਨਾ ਇਸ ਦੁਨੀਆ ਦੇ ਵਿੱਚ ਬਣਿਆ ਹੋਇਆ ਹੈ। ਹਾਂਜੀ, ਇਹ ਸਾਰੇ ਸਰੀਰਾਂ ਦੇ ਸੰਬੰਧ ਇਸੇ ਤਰ੍ਹਾਂ ਹੀ ਹਨ। ਮਿਲਣਾ ਤੇ ਵਿਛੜਨਾ ਇਹ ਜਗਤ ਦੀ ਕਾਰ ਹੈ। ਹਾਂਜੀ, ਗਿਆਨੀ ਜਨ ਹੈ ਜਗ ਇਮਹੇਰ, ਹਾਂ, ਗਿਆਨੀ ਪੁਰਸ਼ ਇਸ ਗੱਲ ਨੂੰ ਜਾਣਦਾ ਹੈ। ਉਹ ਆਪਣੀ ਆਤਮਾ 'ਚ ਵਿਚਰਦਾ ਹੈ, ਸੰਸਾਰ ਦਾ ਮੋਹ ਨਹੀਂ ਕਰਦਾ। ਹਾਂਜੀ, ਕਹਾ ਸ਼ੋਕ ਇਸ ਤਨ ਕੋ ਕਰੋ, ਬਾਬਾ ਬੁੱਢਾ ਜੀ ਕਹਿੰਦੇ ਇਸ ਸਰੀਰ ਦਾ ਕਾਹਦਾ ਸ਼ੋਕ ਕਰਨਾ, ਇਹ ਤਾਂ ਇੱਕ ਦਿਨ ਵਿਛੜਨਾ ਹੀ ਵਿਛੜਨਾ ਹੈ। ਹਾਂਜੀ, ਨਿਤ ਪਰਿਣਾਮੀ ਨਸਹ ਅਦੇਰ, ਹਾਂ, ਕਹਿੰਦੇ ਪਰਿਣਾਮੀ ਹੈ। ਪਰਿਣਾਮੀ ਦਾ ਮਤਲਬ ਬਦਲਣ ਵਾਲਾ ਹੈ। ਜਿਵੇਂ ਦੁੱਧ ਦਾ ਪਰਿਣਾਮ ਦਹੀਂ, ਦਹੀਂ ਦਾ ਪਰਿਣਾਮ ਮੱਖਣ, ਮੱਖਣ ਦਾ ਪਰਿਣਾਮ ਘਿਓ, ਘਿਓ ਦਾ ਪਰਿਣਾਮ ਕੜਾਹ ਪ੍ਰਸ਼ਾਦ, ਬਦਲ ਕੇ ਬਣ ਜਾਂਦਾ ਨਾ। ਸਰੀਰ ਬਚਪਨ ਤੋਂ ਜਵਾਨੀ 'ਚ, ਜਵਾਨੀ ਤੋਂ ਬੁਢੇਪੇ 'ਚ, ਬੁਢੇਪੇ ਤੋਂ ਮੌਤ ਵਿੱਚ, ਤੇ ਫਿਰ ਅਗਲਾ ਜਨਮ। ਇਸ ਤਰ੍ਹਾਂ ਇਹ ਜੰਮਦਾ ਮਰਦਾ ਗੇੜੇ ਲਾਉਂਦਾ ਹੀ ਰਹਿੰਦਾ ਹੈ। ਹਾਂਜੀ, ਏਕ ਆਤਮਾ ਸੋ ਸਤ ਸਮਝੋ, ਆਹ ਮਹਾਰਾਜ ਕਹਿੰਦੇ ਇੱਕ ਆਤਮਾ ਹੀ ਸਤ ਹੈ। ਜਿਹੜੀ ਜੰਮਦੀ ਮਰਦੀ ਨਹੀਂ, ਉਹ ਨਾ ਕਿਸ ਜਨਮੈ ਨਾ ਕਿਸ ਮਰੈ, ਉਹ ਚੇਤਨ ਸਰੂਪ ਹੈ, ਉਹ ਸਤ ਹੈ। ਹਾਂਜੀ, ਆਏ ਨਾ ਜਾਏ ਆਨੰਦ ਵਡੇਰ, ਬਾਬਾ ਬੁੱਢਾ ਜੀ ਕਹਿੰਦੇ ਉਸ ਆਤਮਾ ਨੂੰ ਸਤ ਸਮਝੋ ਜਿਹੜੀ ਆਉਂਦੀ ਜਾਂਦੀ ਨਹੀਂ, ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਹੈ। ਹਾਂਜੀ, ਇਹ ਸੁਣ ਕਰੀ ਕਪਾਲ ਕਰਿਆ ਉਠ, ਇਹ ਸੁਣ ਕੇ ਫਿਰ ਬਾਬਾ ਜੀ ਦਾ ਜਦੋਂ ਸੰਸਕਾਰ ਹੋ ਗਿਆ ਤਾਂ ਸ੍ਰੀ ਕੀਰਤਨ ਸੋਹਲੇ ਦਾ ਪਾਠ ਉਹ ਕੀਤਾ ਗਿਆ। ਹਾਂਜੀ, ਪੁਨਹ ਵਿਪਾਸਾ ਨੀਰ ਇਸ਼ਨਾਨ, ਫਿਰ ਸਾਰਿਆਂ ਨੇ ਬਿਆਸਾ ਦੇ ਜਲ 'ਚ ਇਸ਼ਨਾਨ ਕੀਤਾ। ਗਾਏ ਰਾਗ ਵਡ ਹੰਸ ਰਬਾਬੀ, ਤੇ ਵਿਰਾਗੀਆਂ ਨੇ ਵਡੰਸ ਰਾਗ ਕੀਰਤਨ ਸ਼ੁਰੂ ਕਰਤਾ। ਵਿਰਾਗ ਦੀਆਂ ਅਲਾਣੀਆਂ ਜਿਹੜੀਆਂ ਆਪਾਂ ਪੜ੍ਹਦੇ ਹਾਂ, ਇਹ ਰਾਗੀ ਸਿੰਘ ਗਾ ਕੇ ਸੁਣਾਇਆ ਕਰਦੇ ਸਨ। ਹਾਂਜੀ, ਪੌੜੀ ਲਾਏ ਸੁਨਾ ਵਹਿ ਕਾਨ, ਪੌੜੀ ਲਾ ਲਾ ਕੇ ਤੇ ਸੁਣਾਉਂਦੇ ਹਨ। ਦੀਨਤ ਲਾਜਲ ਨਾਮ ਲੀਨਤ ਹੈ, ਬਾਬਾ ਮਹਾਦੇਵ ਜੀ ਨੂੰ ਤਿਲਾਂਜਲੀ ਦੇ ਕੇ ਪਾਵਨਾਂ ਦਾ ਸੰਸਕਾਰ ਕਰਕੇ ਪੰਚਾ ਮਿਤਰ ਵਰਤਾਏ ਆਨ, ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾ ਦਿੱਤਾ। ਸਨੇ ਸਨੇ ਪੁਨ ਪੁਰ ਮਹਿ ਆਏ, ਸਹਿਜੇ ਸਹਿਜੇ ਨਗਰ ਵਿੱਚ ਘਰਾਂ 'ਚ ਆ ਕੇ ਗੋਇੰਦਵਾਲ ਸਾਹਿਬ ਚੁਬਾਰੇ ਸਾਹਿਬ 'ਚ ਬੈਠ ਗਏ। ਪਾਪੀ ਆਗੇ ਲਾਏ ਦੀਵਾਨ, ਅਬੋਲੀ ਸਾਹਿਬ ਦੇ ਲਾਗੇ ਖੁੱਲੀ ਥਾਂ ਸੀ, ਉੱਥੇ ਦੀਵਾਨ ਲਾ ਲਿਆ। ਗੁਰੂ ਅਰਜਨ ਦੇਵ ਜੀ ਆ ਬੈਠੇ ਨੇ। ਬ੍ਰਿੰਦ ਨਰਨ ਕੀ ਭੀੜ ਭਰੀ ਤਹ, ਉੱਥੇ ਬੜੀ ਲੋਕਾਂ ਦੀ ਭੀੜ ਆ ਗਈ ਅਫਸੋਸ ਕਰਨ ਵਾਸਤੇ। ਲਾਗੇ ਜਾ ਕੇ ਪਿੰਡਾਂ ਦੇ ਸਿੱਖ ਪਹੁੰਚ ਗਏ। ਸ਼ਬਦ ਰਬਾਬੀ ਸੁੰਦਰ ਗਾਏ, ਮਹਾਰਾਜ ਨੇ ਉੱਥੇ ਦੀਵਾਨ ਲਾ ਕੇ ਕੀਰਤਨ ਸ਼ੁਰੂ ਕਰਾਤਾ। ਕੀਰਤਨ ਹੋਣ ਲੱਗ ਪਿਆ, ਰਬਾਬੀ ਕੀਰਤਨ ਕਰਦੇ ਨੇ। ਕਿਤਕ ਕਾਲ ਸਥਿਤ ਹੈ ਨਰ ਗਮਨੇ, ਕੁਝ ਸਮਾਂ ਬਹਿ ਕੇ ਲੋਕ ਚਲੇ ਗਏ। ਗੁਰੂ ਪ੍ਰਸੰਸਤ ਸਦਨ ਸਦਾਏ, ਸਭ ਗੁਰੂ ਸਾਹਿਬ ਦੀ ਪ੍ਰਸ਼ੰਸਾ ਕਰ ਰਹੇ ਆਪਣੇ ਘਰਾਂ ਨੂੰ ਗਏ ਹਨ। ਸੁਨ ਸੁਨ ਗ੍ਰਾਮਨ ਕੇ ਸੁਖ ਪਹੁੰਚੇ, ਜਿਹੜੇ ਜਿਹੜੇ ਪਿੰਡਾਂ 'ਚ ਖਬਰ ਪਹੁੰਚਦੀ ਹੈ, ਆਲੇ ਦੁਆਲੇ ਪਿੰਡਾਂ ਤੋਂ ਸਿੱਖ ਆਉਂਦੇ ਨੇ ਦਰਸ਼ਨਾਂ ਲਈ। ਜੀ ਅਰਜਨ ਸਤ ਗੁਰ ਢਿਗ ਆਏ, ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਕੇ ਅਫਸੋਸ ਕਰਦੇ ਬਾਬਾ ਮਹਾਦੇਵ ਜੀ ਦਾ। ਮਿਲ ਮਿਲ ਗਮਨੈ ਗੁਣ ਗਨ ਵਰਨੈ, ਗੁਰੂ ਸਾਹਿਬ ਜੀ ਨੂੰ ਮਿਲ ਮਿਲ ਕੇ ਜਾਂਦੇ ਹਨ। ਗੁਰੂ ਸਾਹਿਬ ਜੀ ਦੇ ਤੇ ਬਾਬਾ ਮਹਾਦੇਵ ਜੀ ਦੇ ਗੁਣਾਂ ਨੂੰ ਯਾਦ ਕਰਦੇ ਹਨ। ਮਹਾਦੇਵ ਅਬ ਗਏ ਸਮਾਏ, ਸਭ ਕਹਿੰਦੇ ਬਾਬਾ ਮਹਾਦੇਵ ਜੀ ਬੜੇ ਹੀ ਚੰਗੇ ਸਨ, ਬੜੇ ਮਹਾਂਪੁਰਸ਼, ਸਭ ਨੂੰ ਮਿਲਦੇ ਪਿਆਰ ਵਿਰਾਗ ਦੀ ਮੂਰਤੀ, ਭਗਤੀ ਸਿਮਰਨ ਵਾਲੀ ਆਤਮਾ ਸਨ। ਉਹ ਸਮਾ ਗਏ ਹਨ, ਜੋਤੀ ਜੋਤ ਸਮਾ ਗਏ ਹਨ। ਦਿਵਸ ਤੀਸਰੇ ਪੁਸ਼ਪ ਭਸਮ ਸਭ, ਬਾਬਾ ਮਹਾਦੇਵ ਜੀ ਦਾ ਅੰਗੀਠਾ 3 ਦਿਨਾਂ ਬਾਅਦ ਠੰਡਾ ਹੋ ਗਿਆ। ਉਹਨਾਂ ਦੇ ਸਾਰੇ ਅੰਗੀਠੇ ਨੂੰ ਇਕੱਠਾ ਕਰਕੇ ਬੀਚ ਵਿਪਾਸਾ ਕੇ ਤਹ ਡਾਰ, ਬਿਆਸਾ ਦਰਿਆ ਵਿੱਚ ਪਾ ਦਿੱਤਾ। ਜਲ ਪ੍ਰਵਾਹ ਕਰਤਾ। ਉਹਨਾਂ ਦੇ ਫੁੱਲ ਵੀ, ਉਹਨਾਂ ਦੇ ਅੰਗੀਠੇ ਦੀ ਸਾਰੀ ਭਸਮ ਵੀ ਇਕੱਠੀ ਕਰਕੇ ਬਿਆਸਾ ਦਰਿਆ ਦੇ ਵਿੱਚ ਹੀ ਜਲ ਪ੍ਰਵਾਹ ਕਰ ਦਿੱਤੀ ਗਈ। ਦਿਨ ਦੋਇਕ ਸ਼੍ਰੀ ਅਰਜਨ ਦੇਹ ਠਾਨ,
2 ਦਿਨ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਠਹਿਰੇ ਹਨ। ਬਸੇ ਕਿਰਿਆ ਕਰ ਜਿਤ ਸੰਸਾਰ, ਜਿਹੜੀ ਸੰਸਾਰੀ ਕਿਰਿਆ ਹੁੰਦੀ ਹੈ ਉਹ ਕਰਕੇ ਕਰੀਬ ਸੋਚਤ ਸਕਲ ਭਾਰਤ। ਸਾਰੀ ਮਹਾਰਾਜ ਨੇ ਮਰਜ਼ਾਦਾ ਕੀਰਤਨ ਭਜਨ ਕਰਾ ਕੇ ਲੰਗਰ ਕਰਵਾ ਕੇ ਜਥਾ ਮੋਹਰੀ ਬਚਨ ਉਚਾਰ, ਜਿਵੇਂ ਬਾਬਾ ਮੋਹਰੀ ਜੀ ਦੱਸਦੇ ਰਹੇ ਗੁਰੂ ਘਰ ਦੀ ਰੀਤੀ ਰਿਵਾਜ ਉਸੇ ਮੁਤਾਬਕ ਕੀਤਾ ਗਿਆ। ਮਿਲ ਮਿਲ ਕਰਾਂ ਵਿਰਾਗ ਅਨੇਕ ਵਿਦ, ਸਾਰੇ ਵਿਰਾਗ ਕਰਦੇ ਸਨ। ਖਾਸ ਕਰਕੇ ਮਾਮਾ ਮੋਹਰੀ ਜੀ ਬਹੁਤ ਵਿਰਾਗ ਕਰਦੇ ਸਨ। ਭਾਵੇਂ ਉਹ ਆਪਣੇ ਪਰਿਵਾਰ ਨੂੰ ਰੋਣ ਤੋਂ ਰੋਕਦੇ ਸਨ, ਪਰ ਫਿਰ ਵੀ ਉਹਨਾਂ ਦਾ ਆਪਣਾ ਮਨ ਜਿਹੜਾ ਸੀ ਉਹ ਭਾਰਾ ਹੁੰਦਾ ਸੀ, ਕਿਉਂਕਿ ਉਹ ਬਾਬਾ ਮਹਾਂਦੇਵ ਜੀ ਨੂੰ ਪਿਆਰ ਵੀ ਬੜਾ ਕਰਦੇ ਸਨ। ਹਾਂਜੀ, ਸ਼੍ਰੀ ਗੁਰ ਅਮਰ ਕੇਰ ਪਰਿਵਾਰ, ਗੁਰੂ ਅਮਰਦਾਸ ਜੀ ਦਾ ਪਰਿਵਾਰ ਬਹੁਤ ਜ਼ਿਆਦਾ ਬਾਬੇ ਮਹਾਂਦੇਵ ਜੀ ਦੇ ਸੱਚਖੰਡ ਗਮਨ ਉੱਤੇ ਅਫਸੋਸ ਕਰ ਰਿਹਾ ਸੀ, ਬੈਰਾਗ ਕਰ ਰਿਹਾ ਸੀ। ਹਾਂਜੀ, ਦੋਹਰਾ 16 ਸਤ ਪਰ ਸਪਤ, ਕਹਿੰਦੇ 1607 ਬਿਕਰਮੀ ਵਿੱਚ ਮਹਾਦੇਵ ਜਨਮਾਇਆ, ਬਾਬਾ ਮਹਾਂਦੇਵ ਜੀ ਦਾ ਜਨਮ ਹੋਇਆ ਸੀ 1607 ਬਿਕਰਮੀ ਵਿੱਚ। ਉੱਪਰ 550 ਕੇ, ਔਰ ਉਸ ਤੋਂ 55 ਸਾਲ ਬਾਅਦ ਬਰਸ ਦਾਤ ਸਵਮਾਸ, 55 ਸਾਲ 2 ਮਹੀਨੇ ਉਮਰ ਹੋ ਕੇ ਅੱਜ ਬਾਬਾ ਜੀ ਚੜ੍ਹਾਈ ਕਰ ਗਏ। 16 ਸਤ 62 ਅਦਕ, 1662 ਬਿਕਰਮੀ ਦੇ ਵਿੱਚ ਭਾਦਰੋਂ ਚੌਥ ਵਿਚਾਰ, ਭਾਦਰੋਂ ਦੀ ਚੌਥ ਸੀ। ਮਹਾਦੇਵ ਪਰਲੋਕ ਪਾਰ, ਬਾਬਾ ਮਹਾਂਦੇਵ ਜੀ ਪਰਲੋਕ ਗਮਨ ਕਰ ਗਏ। ਗੁਰ ਕੋ ਪੁੱਤਰ ਉਦਾਰ, ਇਹ ਗੁਰੂ ਸਾਹਿਬ ਦੇ ਪੁੱਤਰ ਸਨ। 1605 ਈਸਵੀ ਤੇ 1662 ਬਿਕਰਮੀ ਵਿੱਚ, ਯਾਨੀ ਗੁਰੂ ਅਰਜਨ ਦੇਵ ਜੀ ਤੋਂ 1 ਸਾਲ ਪਹਿਲਾਂ ਇਹਨਾਂ ਨੇ ਚੋਲਾ ਤਿਆਗ ਦਿੱਤਾ ਸੀ। ਹਾਂਜੀ, ਸ਼੍ਰੀ ਅਰਜਨ ਗਮਨ ਤਬ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਚੱਲ ਪਏ। ਸਤ ਸੰਗਤ ਲੈ ਸੰਗ, ਸਾਰੀ ਸੰਗਤ ਨੂੰ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਕੋ ਗਏ, ਅੰਮ੍ਰਿਤਸਰ ਚਲੇ ਗਏ, ਦੇਤ ਭਗਤ ਕੋ ਰੰਗ, ਆਪਣੇ ਸਿੱਖਾਂ ਨੂੰ ਭਗਤੀ ਦਾ ਰੰਗ ਦਿੰਦੇ ਹੋਏ। ਇਸ ਪ੍ਰਕਾਰ ਨਾਲ ਬਾਬਾ ਮਹਾਂਦੇਵ ਜੀ ਦਾ ਚਲਾਣਾ ਹੋਇਆ। ਉਹ ਕਥਾ ਆਪਾਂ ਸਰਵਣ ਕੀਤੀ ਹੈ। ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਮਹਾਨ ਗੁਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਸਤਰ ਵਿਦਿਆ ਦਾ ਅਭਿਆਸ ਉਹ ਹੁਣ ਅਗਲੇ ਪ੍ਰਕਰਣਾਂ 'ਚ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ